ਕੱਲ ਤੋਂ ਹੀ ਸ਼ਾਮਿਲ ਹੋਇਆ ਮੈਡਮ, ਇਹਦੇ ਬਾਰੇ ਦੱਸੋ ਜੀ। ਅੱਜ ਮੈਂ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਅੰਜਨਾ ਜੀ ਸਾਡੇ ਵਿੱਚ ਸ਼ਾਮਿਲ ਹੋਏ ਨੇ। ਬਹੁਤ ਹੀ ਮਿਹਨਤੀ ਤੇ ਅਣਥੱਕ ਵਰਕਰ ਨੇ, ਜਿਨ੍ਹਾਂ ਨੂੰ ਕਈ ਸਾਲਾਂ ਤੋਂ ਮੈਂ ਦੇਖ ਰਹੀ ਹਾਂ ਸਾਰੇ ਪ੍ਰੋਗਰਾਮਾਂ 'ਚ ਵੀ ਅੱਗੇ ਹੋ ਕੇ ਕੰਮ ਕਰਦੇ ਨੇ, ਲੇਕਿਨ ਆਪਣੇ ਇਲਾਕੇ ਦੀ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਸੇਵਾ ਕੀਤੀ ਹੈ ਤੇ ਅੱਜ ਉਹ ਸਾਡੇ ਵਿੱਚ ਸ਼ਾਮਿਲ ਹੋਏ ਨੇ। ਮੈਂ ਇਹਨਾਂ ਨੂੰ ਜੀ ਆਇਆਂ ਨੂੰ, ਸਮੂਹ ਉਹਨਾਂ ਦੇ ਸਾਰੀ ਸਾਥੀਆਂ ਨੂੰ, ਆਪਣੇ ਪਰਿਵਾਰ ਸਮੇਤ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੀ ਹਾਂ ਤੇ ਪਾਰਟੀ ਵਿੱਚ ਪੂਰਾ ਇਹਨਾਂ ਦਾ ਮਾਨ ਸਤਿਕਾਰ ਬਿਲਕੁਲ ਬਰਕਰਾਰ ਰਹੂਗਾ। ਜਿਸ ਤਰ੍ਹਾਂ ਇਹਨਾਂ ਨੂੰ ਮਾਨ ਸਤਿਕਾਰ ਮਿਲਦੇ ਰਿਹਾ ਹੈ, ਅੱਗੇ ਉਸ ਤੋਂ ਵੀ ਵੱਧ ਦੇਣ ਦੀ ਅਸੀਂ ਕੋਸ਼ਿਸ਼ ਕਰਾਂਗੇ ਤੇ ਇੱਕ ਪਰਿਵਾਰ ਹੁਣ ਵੱਡਾ ਹੋਇਆ ਹੈ ਤੇ ਮੈਂ ਅੰਜਨਾ ਜੀ ਤੇ ਸਮੂਹ ਉਹਨਾਂ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦੀ ਹਾਂ ਤੇ ਜੀ ਆਇਆਂ ਨੂੰ ਆਖਦੀ ਬਈ ਰੇਲ ਟਰੈਕ ਕਿਸਾਨਾਂ ਨੇ ਖਾਲੀ ਕਰ ਦਿੱਤੇ ਹੈਗੇ ਕੇਂਦਰ ਦੇ ਅੜੀਅਲ ਰਵੱਈਏ ਦੇ ਕਰਕੇ, ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਬੜੀ ਅਫਸੋਸ ਦੀ ਗੱਲ ਹੈਗੀ ਕਿ ਪਿਛਲੇ ਕਈ ਮਹੀਨਿਆਂ ਤੋਂ ਹੁਣ ਪੰਜਾਬ ਦੇ ਹਾਲਾਤ ਲਗਾਤਾਰ ਜਿਸ ਤਰ੍ਹਾਂ ਵਿਗੜਦੇ ਜਾ ਰਹੇ ਨੇ, ਜਿਹੜੇ ਖੇਤੀ ਕਾਨੂੰਨ ਕਰਕੇ ਆ ਸਾਰਾ ਪੰਜਾਬ 'ਚ ਜਿਹੜੇ ਹਾਲਾਤ ਹੋਏ ਨੇ, ਇਹ ਕਹਾਣੀ ਕੋਈ ਜੂਨ ਦੇ ਮਹੀਨੇ 'ਚ ਜਦ ਆਰਡੀਨੈਂਸ ਪਾਸ ਹੋਏ ਉਸ ਸਮੇਂ ਨਹੀਂ, ਲੇਕਿਨ ਸ਼ੁਰੂ ਹੋਈ ਸੀ ਪਿਛਲੇ ਸਾਲ ਮਈ 2019 'ਚ, ਜਦ ਇਸ ਸਰਕਾਰ ਦੀ ਸਲਾਹ ਮੰਗੀ ਗਈ ਸੀ ਕਿ ਇਹੋ ਜਿਹੇ ਕਾਨੂੰਨ ਬਣ ਰਹੇ ਨੇ ਤੇ ਸਾਰੇ ਮੁੱਖ ਮੰਤਰੀਆਂ ਨੂੰ ਬੁਲਾਇਆ ਗਿਆ ਸੀ, ਜਿਹਦੇ ਵਿੱਚ ਕੈਪਟਨ ਸਾਹਿਬ ਵੀ ਸ਼ਾਮਿਲ ਹੋਏ ਸੀ। ਅਗਲੀ ਮੀਟਿੰਗ 'ਚ ਵਿੱਤ ਮੰਤਰੀ ਸਾਹਿਬ ਨੀਤੀ ਆਯੋਗ ਦੀ ਮੀਟਿੰਗ ਵਾਸਤੇ ਮੁੰਬਈ ਗਏ ਸੀਗੇ ਤੇ ਲਗਾਤਾਰ ਉਹਨਾਂ ਦੇ ਅਫਸਰ ਜਾਂਦੇ ਰਹੇ, ਲੇਕਿਨ ਜਿਸ ਚੀਜ਼ ਦੀ ਪੈਰਵਾਈ ਤੇ ਦੇਖ ਰੇਖ ਉਹਨਾਂ ਨੇ ਜਿਸ ਚੀਜ਼ ਨੂੰ ਨਿਕਾਰਨਾ ਸੀ ਪਿਛਲੇ ਸਾਲ 2019 'ਚ, ਉੱਥੇ ਤਾਂ ਸਹਿਮਤੀ ਦੇ ਕੇ ਆ ਗਏ। ਜਿਹੜੇ ਕਾਨੂੰਨ ਉਹਨਾਂ ਨੇ ਆਪ ਸੂਬੇ ਵਿੱਚ ਲਾਗੂ ਕੀਤੇ ਹੋਏ ਸੀ, ਕਾਂਗਰਸ ਸਰਕਾਰ ਦੇ ਮੈਨੀਫੈਸਟੋ ਦਾ ਹਿੱਸਾ ਸੀ, ਉੱਥੇ ਸਹਿਮਤੀ ਦੇ ਕੇ ਜਦ ਕੇਂਦਰ ਦੀ ਸਰਕਾਰ ਨੇ ਉਹ ਕਾਨੂੰਨ ਲਾਗੂ ਕੀਤੇ ਤੇ ਲੋਕਾਂ ਵਿੱਚ ਰੋਸ ਪਾਇਆ ਗਿਆ, ਉਸ ਟਾਈਮ ਵੀ ਇਸ ਕਾਂਗਰਸ ਸਰਕਾਰ ਨੇ, ਕੈਪਟਨ ਸਾਹਿਬ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਦਿੱਲੀ ਜਾ ਕੇ ਇਹਨਾਂ ਕਾਨੂੰਨਾਂ ਨੂੰ ਪਾਰਲੀਮੈਂਟ ਵਿੱਚ ਆਉਣ ਤੋਂ ਪਹਿਲੇ ਆਰਡੀਨੈਂਸ ਨੂੰ ਰੋਕਿਆ ਜਾਏ। ਬਲਕਿ ਮੈਂ ਆਹ ਕਹਿ ਸਕਦੀ ਹਾਂ ਕਿ ਜਦ ਮੈਨੂੰ 2020 ਦੇ ਮਈ ਦੇ ਮਹੀਨੇ 'ਚ ਤੀਜੇ ਹਫਤੇ 'ਚ ਜਦ ਮੇਰੇ ਕੋਲ ਫਾਈਲ ਆਈ ਐਗਰੀਕਲਚਰ ਮਿਨਿਸਟਰੀ ਦੀ, ਜਿਹਦੇ ਵਿੱਚ ਮੈਂ ਆਪਣਾ ਰੋਸ ਵੀ ਜਤਾਇਆ ਤੇ ਲਗਾਤਾਰ ਆਪਣੀ ਸਰਕਾਰ ਨੂੰ ਕਿਹਾ ਕਿ ਕੋਈ ਇਹੋ ਜਿਹਾ ਆਰਡੀਨੈਂਸ ਜਾਂ ਕਾਨੂੰਨ ਨਹੀਂ ਬਣਨਾ ਚਾਹੀਦਾ ਜਦੋਂ ਤਾਈਂ ਕਿਸਾਨਾਂ ਦੀ ਤੇ ਸੂਬੇ ਦੀ ਸਰਕਾਰ ਦੀ ਉਹਦੇ ਵਿੱਚ ਸਹਿਮਤੀ ਨਾ ਹੋ। ਮੈਨੂੰ ਨਹੀਂ ਪਤਾ ਸੀ ਕਿ ਸੂਬੇ ਦੀ ਸਰਕਾਰ ਸਹਿਮਤੀ ਦੇ ਚੁੱਕੀ ਹੈ। ਬਾਰ-ਬਾਰ ਮੈਨੂੰ ਆਸ਼ਵਾਸਨ ਦਿਵਾਇਆ ਗਿਆ ਕਿ ਪਾਰਲੀਮੈਂਟ ਵਿੱਚ ਆਉਣ ਤੋਂ ਪਹਿਲੇ ਕਿਸਾਨਾਂ ਦੇ ਸਾਰੇ ਸ਼ੰਕੇ ਦੂਰ ਕਰ ਦਿੱਤੇ ਜਾਣਗੇ। ਲਗਾਤਾਰ ਕਿਸਾਨਾਂ ਦੀ ਮੁਲਾਕਾਤ ਐਗਰੀਕਲਚਰ ਮਿਨਿਸਟਰੀ ਤੋਮਰ ਸਾਹਿਬ ਦੇ ਨਾਲ ਵੀਡੀਓ ਕਾਨਫਰੰਸਿੰਗ, ਅੱਗੇ ਪਿੱਛੇ ਕੋਸ਼ਿਸ਼ ਸਾਡੀ ਆਹੀ ਰਹੀ ਕਿ ਪੰਜਾਬ ਜਿਸ ਹਾਲਾਤ ਵਿੱਚ ਅੱਜ ਪਹੁੰਚ ਗਏ, ਇਸ ਹਾਲਾਤ ਨੂੰ ਨਾ ਬਣਾਇਆ ਜਾਏ। ਲੇਕਿਨ ਸੂਬੇ ਦੀ ਸਰਕਾਰ ਨੇ ਜਿਹੜਾ ਫਰਜ਼ ਉਹਨਾਂ ਦਾ ਬਣਦਾ ਸੀ, ਇਹ ਸ਼੍ਰੋਮਣੀ ਅਕਾਲੀ ਦਲ ਤਾਂ ਮੈਂ ਆਪਣੇ ਲੈਵਲ 'ਚ ਕਰ ਰਹੀ ਸੀ, ਲੇਕਿਨ ਕਾਂਗਰਸ ਸਰਕਾਰ ਤੁਸੀਂ ਦੇਖੋ ਇੱਕ ਵਾਰੀ ਦਿੱਲੀ ਜਾ ਕੇ ਇਹਦੇ ਵੱਲ ਕੋਈ ਉਹਨਾਂ ਨੇ ਕਦਮ ਨਹੀਂ ਚੱਕਿਆ। ਬਲਕਿ ਮੈਂ ਆਹ ਕਹਿ ਸਕਦੀ ਹਾਂ ਕਿ ਜਿਸ ਕਿਸਾਨੀ ਸੰਘਰਸ਼ ਨੂੰ ਬਲ ਦੇਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਹਰ ਫਰਜ਼ ਅਦਾ ਕੀਤਾ। ਅਸੀਂ ਆਪਣਾ ਗਠਬੰਧਨ ਛੱਡਿਆ, ਅਸੀਂ ਆਪਣੀ ਕੁਰਸੀ ਠੁਕਰਾਤੀ, ਲੇਕਿਨ ਕਿਸਾਨਾਂ ਦੇ ਨਾਲ ਖੜ ਕੇ ਅਸੀਂ ਸਾਬਿਤ ਕਰਤਾ ਕਿ ਇਸ ਲੜਾਈ ਵਿੱਚ ਅਸੀਂ ਤੁਹਾਡੇ ਨਾਲ ਆ। ਪਹਿਲੇ ਤੁਹਾਡੇ ਹੱਕ ਵਿੱਚ ਉਹ ਸਰਕਾਰ ਵਿੱਚ ਬਹਿ ਕੇ ਤੁਹਾਡੇ ਹੱਕ ਦੀ ਲੜਾਈ ਲੜਨ ਦੀ ਕੋਸ਼ਿਸ਼ ਕੀਤੀ, ਲੇਕਿਨ ਹੱਕ ਜਦ ਨਹੀਂ ਮਿਲਦਾ ਹੋਇਆ ਦਿਖਿਆ ਤੇ ਫਿਰ ਉਹਨਾਂ ਨੂੰ ਹੀ ਠੁਕਰਾ ਕੇ ਤੁਹਾਡੇ ਨਾਲ ਆ ਕੇ ਖੜ ਗਏ। ਅਫਸੋਸ ਇਸ ਗੱਲ ਦਾ ਕਿ ਜਿਸ ਸਰਕਾਰ ਦੀ ਜ਼ਿੰਮੇਵਾਰੀ ਸੀ, ਪਹਿਲਾ ਡਰਾਮਾ ਵਿਧਾਨ ਸਭਾ 'ਚ ਰਚਿਆ, ਜਦ ਉਹਨਾਂ ਨੇ ਵਿਧਾਨ ਸਭਾ 'ਚ ਆਰਡੀਨੈਂਸ ਦੇ ਖਿਲਾਫ ਮਤਾ ਪਾਸ ਕੀਤਾ, ਲੇਕਿਨ ਦਿੱਲੀ ਤਾਈਂ ਉਸ ਮਤੇ ਨੂੰ ਪਹੁੰਚਾਉਣ ਦੀ ਖੇਚਲ ਨਹੀਂ ਕੀਤੀ। ਜੇ ਕੀਤੀ ਹੁੰਦੀ ਸ਼ਾਇਦ ਪਾਰਲੀਮੈਂਟ 'ਚ ਆਰਡੀਨੈਂਸ ਆ ਕੇ ਇੱਕ ਐਕਟ ਨਹੀਂ ਬਣਦਾ। ਦੂਜਾ ਡਰਾਮਾ, ਜਿਹੜੇ ਉਹਨਾਂ ਦੇ ਐਮਪੀਆਂ ਨੇ ਜਦ ਵੋਟਿੰਗ ਦਾ ਸਮੇਂ ਆਇਆ, ਭਾਵੇਂ ਉੱਥੇ ਬਟਨ ਵਾਲੀ ਵੋਟਿੰਗ ਨਹੀਂ ਸੀ, ਲੇਕਿਨ ਆਵਾਜ਼ ਵਾਲੀ ਵੋਟਿੰਗ ਹੁੰਦੀ ਹੈ, ਕੋਈ ਬਿੱਲ ਵੋਟਿੰਗ ਤੋਂ ਬਿਨਾਂ ਪਾਸ ਨਹੀਂ ਹੁੰਦਾ, ਲੇਕਿਨ ਵੋਟਿੰਗ ਦੇ ਸਮੇਂ ਆਮ ਆਦਮੀ ਤੇ ਕਾਂਗਰਸ ਪਾਰਟੀ ਵਾਕਆਊਟ ਕਰਕੇ ਇੱਕ ਤਰ੍ਹਾਂ ਦੇ ਨਾਲ ਸਹਿਮਤੀ ਜਤਾਈ ਤੇ ਮਦਦ ਕੀਤੀ ਭਾਜਪਾ ਸਰਕਾਰ ਦੀ। ਤੇ ਤੀਜਾ ਡਰਾਮਾ ਰਚਿਆ ਗਿਆ, ਜਿਹੜਾ ਹੁਣ ਵਿਧਾਨ ਸਭਾ 'ਚ ਕਿਹਾ ਕਿ ਅਸੀਂ ਇਸ ਕਾਨੂੰਨ ਨੂੰ ਰੱਦ ਕਰਦੇ ਹਾਂ। ਰੱਦ ਕੀ ਕੀਤਾ ਹੈ? ਰੱਦ ਤਾਂ ਕੁਝ ਕੀਤਾ ਹੀ ਨਹੀਂ, ਲੇਕਿਨ ਇਹ 'ਚ ਅਮੈਂਡਮੈਂਟ ਪਾਤੀ ਉਸ ਦਿੱਲੀ ਦੇ ਕਾਨੂੰਨ ਵਿੱਚ ਕਿ MSP ਤੋਂ ਘੱਟ ਕੋਈ ਝੋਨਾ ਤੇ ਕਣਕ ਖਰੀਦੂਗਾ ਤਾਂ 3 ਸਾਲ ਦੀ ਸਜ਼ਾ ਹੋਊਗੀ। MSP ਤੋਂ ਘੱਟ ਸਰਕਾਰ ਖਰੀਦੀ ਹੋਈ ਨਹੀਂ ਹੈਗੀ ਤੇ ਇਸ ਅਮੈਂਡਮੈਂਟ ਨੂੰ ਵੀ ਅੱਜ ਤਾਈਂ ਕਾਨੂੰਨ 'ਚ ਨਹੀਂ ਬਦਲਾ ਗਿਆ। ਸੋ ਹਰ ਪੱਖੋਂ ਲੋਕਾਂ ਨੂੰ ਕੱਲੇ ਗੁੰਮਰਾਹ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। 10-15 ਦਿਨ ਪਹਿਲੇ ਐਲਾਨ ਕੀਤਾ ਸੀ 2 ਦਿਨਾਂ 'ਚ ਕੋਇਲਾ ਖਤਮ ਹੋ ਜਾਊਗਾ ਤੇ ਹਨੇਰਾ ਹੋ ਜਾਊਗਾ ਪੰਜਾਬ 'ਚ। ਦਿੱਲੀ ਵਿੱਚ ਇੱਕ ਤਮਾਸ਼ਾ ਦਾ ਰੂਪ 'ਚ ਦਿਖਾਵੇ ਦੇ ਧਰਨਾ ਕਰਕੇ ਆਏ
ਲੇਕਿਨ ਰੇਲ ਮੰਤਰੀ ਨੂੰ ਮਿਲਣ ਵਾਸਤੇ ਐਮਪੀਆਂ ਨੂੰ ਭੇਜਦਾ। ਹੁਣ ਐਮਪੀਆਂ ਦੀ ਕੀ ਸਟੇਟਸ ਹੁੰਦੀ ਹੈ, ਜਿਹੜਾ ਸਰਕਾਰ ਦੇ ਵੱਲੋਂ ਕੀ ਆਸ਼ਵਾਸਨ ਦਿਲਾ ਸਕਦੇ ਆ? ਜਾ ਕੇ ਸਮਾਂ ਸੀਗਾ ਲੜਨ ਵਾਸਤੇ ਆਪਣੇ ਕਿਸਾਨ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਯੂਰੀਆ ਨਹੀਂ ਮਿਲ ਰਿਹਾ, ਜਿਨ੍ਹਾਂ ਨੂੰ ਡੀਏਪੀ ਦੇ 100 ਰੁਪਏ ਵੱਧ ਪੈਸੇ ਦੇਣੇ ਪੈ ਰਹੇ ਨੇ, ਜਿਨ੍ਹਾਂ ਨੂੰ ਬਿਜਾਈ ਦੇ ਸਮੇਂ ਅੱਜ ਕੱਟ ਲੱਗ ਰਹੇ ਨੇ ਬਿਜਲੀ ਦੇ, ਜਿਨ੍ਹਾਂ ਨੂੰ ਇਹ ਸਾਰੀ ਦਿੱਕਤਾਂ ਆ ਰਹੀਆਂ ਨੇ, ਉਹਨਾਂ ਦੀ ਆਵਾਜ਼ ਬਣ ਕੇ ਮੁੱਖ ਮੰਤਰੀ ਨੂੰ ਦਿੱਲੀ ਜਾ ਕੇ ਰੇਲ ਮੰਤਰੀ ਦੇ ਸਾਹਮਣੇ ਹਰ ਤਰ੍ਹਾਂ ਦੇ ਆਪਣਾ ਦਬਾਅ ਪਾਣਾ ਸੀ ਕਿ ਕਿਸਾਨਾਂ ਨੇ ਧਰਨਾ ਚੱਕ ਲਿਆ, ਤੁਸੀਂ ਪੰਜਾਬ 'ਚ ਬੰਦੀ ਹੋਈ ਚੀਜ਼ਾਂ ਭੇਜੋ ਤੇ ਇੱਥੇ ਦਾ ਵਪਾਰ ਵੀ ਅੱਗੇ ਪਿੱਛੇ ਟ੍ਰੇਨ ਦੇ ਰਾਹੀਂ ਸ਼ੁਰੂ ਹੋਏ। ਲੇਕਿਨ ਆਹ ਕੁਝ ਨਹੀਂ ਕੀਤਾ, ਇੱਕ ਦਿਖਾਵੇ ਦਾ ਧਰਨਾ ਕਰਕੇ ਮੁੱਖ ਮੰਤਰੀ ਸਾਹਿਬ ਵਾਪਸ ਆ ਗਏ। ਅੱਜ ਪੰਜਾਬ 'ਚ ਅਫਸੋਸ ਹੈ ਕਿ ਇੱਕ ਫਾਰਮ ਹਾਊਸ ਵਾਲੀ ਸਰਕਾਰ, ਦਿਖਾਵੇ ਵਾਲੀ ਸਰਕਾਰ, ਝੂਠੇ ਲਾਰੇ ਲਾ ਕੇ ਝੂਠੀ ਸੌਹ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਅੱਜ ਆ ਕੇ ਬਹਿ ਗਈ ਹੈ ਤੇ ਪੰਜਾਬ ਦਾ ਜਿੰਨਾ ਬੇੜਾ ਕਰਕੇ ਅੱਜ ਵਪਾਰ ਠੱਪ ਹੈ, ਦੁਕਾਨਦਾਰ ਦੁਖੀ ਹੈ, ਕਿਸਾਨ ਸੜਕਾਂ 'ਤੇ ਉਤਰਿਆ ਹੋਇਆ ਹੈ। ਕਰੋਨਾ ਦੀ ਮਹਾਮਾਰੀ ਤੋਂ ਲੋਕੀ ਆਪਣੇ ਜਾਨ ਆਪ ਦੇ ਆਪ ਬਚਾਈ ਜਾ ਰਹੇ ਨੇ, ਸਰਕਾਰ ਕੁਝ ਨਹੀਂ ਕਰ ਰਹੀ। ਇਹ ਪੰਜਾਬ ਦੇ ਹਾਲਾਤ ਕਿੰਨੀ ਦੇਰ ਇਸ ਤਰ੍ਹਾਂ ਚੱਲ ਸਕਦੇ ਨੇ? ਇਹ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੀ ਲੋੜ ਹੈ। ਮੈਂ ਉਮੀਦ ਕਰਦੀ ਹਾਂ ਹੁਣ ਐਮਸੀਆ ਦੇ ਇਲੈਕਸ਼ਨ ਆਉਣਗੇ, ਪਹਿਲੇ ਤਾਂ ਲੋਕੀ ਠੋਕ ਕੇ ਇਹਨਾਂ ਨੂੰ ਜਵਾਬ ਦੱਸਣ ਕਿ ਇਹਨਾਂ ਨੇ ਕੀ ਵਿਕਾਸ ਕੀਤਾ ਹੈ, ਕੀ ਨਹੀਂ ਕੀਤਾ, ਪੰਜਾਬ ਦੇ ਕੀ ਹਾਲਾਤ ਕਰਤੇ ਨੇ। ਜਦ ਮੌਕਾ ਆਉਂਦਾ ਹੈ ਤੇ ਕਦੇ ਬਾਰਡਰ ਪਾਰ ਦੁਸ਼ਮਣਾਂ ਦੀ ਗੱਲ ਕਰਦੇ ਨੇ, ਨੂਰਾ ਕੁਸ਼ਤੀ ਕੇਂਦਰ ਦੀ ਸਰਕਾਰ ਨਾਲ ਕੈਪਟਨ ਸਾਹਿਬ ਖੇਲੀ ਜਾ ਰਹੇ ਨੇ। ਜਿਹੜੇ ਕਾਨੂੰਨ ਕੇਂਦਰ ਲਾਉਂਦੀ ਹੈ ਕੈਪਟਨ ਮੋਹਰ ਲਾ ਦਿੰਦਾ ਹੈ, ਦਿਖਾਵਾ ਕੁਝ ਹੋਰ ਕਰਦਾ ਹੈ ਤੇ ਉੱਥੇ ਸਹਿਮਤੀ ਆਪੇ ਆਪ ਜਤਾਈ ਜਾ ਰਹੇ ਨੇ। ਇਹ ਸਾਰਿਆਂ ਨੂੰ ਨਜ਼ਰ ਈਡੀ ਪੇਸ਼ੀ ਸੀਗੇ ਪਰ ਫਿਰ ਵੀ ਨਹੀਂ ਸ਼ਾਮਿਲ ਹੋਏ। ਮੇਰੇ ਵੀਰ, ਜਿਹੜੇ ਕੈਪਟਨ ਸਾਹਿਬ ਨੇ ਘਪਲੇ ਘੁਟਾਲੇ ਕਰਕੇ ਵਿਦੇਸ਼ਾਂ 'ਚ ਕਾਲਾ ਧਨ ਭੇਜ ਕੇ, ਜਿਨ੍ਹਾਂ ਦੇ ਕੋਲ ਕੇਂਦਰ ਦੇ ਕੋਲ ਸਬੂਤ ਹੈ, ਆ ਕੇਸ ਦਰਜ ਯੂਪੀਏ ਕਾਂਗਰਸ ਸਰਕਾਰ ਨੇ ਕੀਤੇ ਸੀ। 4 ਸਾਲਾਂ 'ਚ ਕੈਪਟਨ ਸਾਹਿਬ ਦੇ ਪਰਿਵਾਰ ਨੂੰ ਕਿਸੇ ਨੂੰ ਬੁਲਾਇਆ ਨਹੀਂ ਗਿਆ, ਠੰਡੇ ਬਸਤੇ 'ਚ ਪਾ ਕੇ ਰੱਖੇ, ਕਿਉਂਕਿ ਕੈਪਟਨ ਸਾਹਿਬ ਕੇਂਦਰ ਦੇ ਹਰੇਕ ਇਸ਼ਾਰੇ 'ਚ ਨੱਚਦੇ ਰਹੇ ਨੇ, ਉਹਨਾਂ ਦੀ ਕੰਮ ਕਰਦੇ ਰਹੇ। ਮੈंने ਅੰਦਰ ਹੋ ਕੇ ਦੇਖਿਆ ਹੈਗਾ। ਤੇ ਅੱਜ ਜਦ ਕੈਪਟਨ ਸਾਹਿਬ ਨੇ ਦਿਖਾਣਾ ਹੁੰਦਾ ਹੈ ਕਿ ਜੀ ਮੇਰੇ ਖਿਲਾਫ ਮੈਂ ਕੁਝ ਕੇਂਦਰ ਦੇ ਖਿਲਾਫ ਕਰ ਰਹਾ ਹੈ, ਮਾੜਾ ਜਿਹਾ ਸਮਨ ਭੇਜ ਦਿੰਦੇ ਨੇ। ਇਹ ਵੀ ਸਾਰੀ ਉਹਨਾਂ ਦੀ ਰਲੀ ਮਿਲੀ ਭੁਗਤ ਪੇਸ਼ ਹੋ ਰਹੇ ਪੇਸ਼ ਹੋਣਗੇ ਜਦ ਮਿਲੀ ਭੁਗਤ ਦੇ ਨਾਲ 4 ਸਾਲ ਚੜਾਈ, 4 ਸਾਲ ਤੱਕ ਕੇਸ ਖੋਲੇ ਨਹੀਂ। ਮੈਡਮ 2022 ਮੈਡਮ ਲਾਸਟ ਕੈਪਟਨ ਸਾਹਿਬ ਬਿਲਕੁਲ ਰਲੇ ਮਿਲੇ ਨੇ ਦਿੱਲੀ ਦੇ ਨਾਲ। ਇਹ ਪਹਿਲੇ ਵੀ ਰਲੇ ਮਿਲੇ ਸੀਗੇ, ਹੁਣ ਪੂਰੀ ਤਰ੍ਹਾਂ ਰਲੇ ਮਿਲੇ ਨੇ ਤੇ ਇਹਨਾਂ ਕੈਪਟਨ ਸਾਹਿਬ ਨੇ ਪੰਜਾਬ ਦੇ ਹੱਕ ਵਿੱਚ ਕੁਝ ਨਹੀਂ ਕਰਨਾ ਹੈ, ਕਿਉਂਕਿ ਦਿੱਲੀ ਦੇ ਇਸ਼ਾਰੇ ਵਿੱਚ ਇਹ ਚਲੀ ਜਾ ਰਹੇ ਨੇ। ਬਾਕੀ ਸਿਰਫ ਇੱਥੇ ਦੇ ਲੋਕਾਂ ਨੂੰ ਦਿਖਾਵਾ ਕਰਕੇ